ਅਸਲ ਦੇ ਵਿੱਚ ਦਿਲ ਨੂੰ ਛੂਹਣ ਵਾਲੀ ਇਹ ਖਬਰ ਸਾਹਮਣੇ ਆਈ ਹੈ ਪ੍ਰਿੰਸ ਐਡਵਰਡ ਆਈਲੈਂਡ ਤੋਂ, ਜਿੱਥੇ ਕਿ ਅਸੀਂ ਗੱਲ ਕਰ ਸਕਦੇ ਹਾਂ ਦੋਸਤੀ ਦੀ, ਜਿਸ ਦੇ ਬਾਰੇ 'ਚ ਅਸੀਂ ਗੱਲ ਕਰ ਸਕਦੇ ਹਾਂ ਹੌਸਲੇ ਦੀ, ਜਾਂ ਫਿਰ ਅਸੀਂ ਗੱਲ ਕਰ ਸਕਦੇ ਹਾਂ ਹਿੰਮਤ ਦੀ। ਜਿੱਥੇ ਕਿ ਕੁਝ ਕਲਾਸਮੇਟਸ ਨੇ ਮਿਲ ਕੇ ਆਪਣੇ ਕਲਾਸਮੇਟ ਨੂੰ ਦੋਸਤੀ ਦੀ ਮਿਸਾਲ ਵੀ ਦਿੱਤੀ, ਉਸ ਦੀ ਹਿੰਮਤ, ਉਸ ਦਾ ਹੌਸਲਾ ਵੀ ਵਧਾਇਆ ਅਤੇ ਨਾਲ ਦੀ ਨਾਲ ਇੱਕ ਜਸ਼ਨ ਵੀ ਮਨਾਇਆ। ਅਸਲ ਦੇ ਵਿੱਚ 15 ਸਾਲ ਦਾ ਲੋਕਲੈਨ ਮੈਕਕੇਬ ਲਿਊਕੇਮੀਆ ਦੀ ਬਿਮਾਰੀ ਤੋਂ ਪੀੜਿਤ ਹੈ। ਉਹ 9ਵੀਂ ਕਲਾਸ ਦਾ ਵਿਦਿਆਰਥੀ ਸੀ। ਵਿਦਿਆਰਥੀ ਸੀ ਇਸ ਲਈ ਕਿਉਂਕਿ ਉਸਨੇ ਆਪਣੀ 9th ਗ੍ਰੇਡ ਜਿਹੜੀ ਉਹ ਪਾਸ ਕਰ ਲਈ ਹੈ ਅਤੇ ਉਸਦੀ ਗ੍ਰੈਜੂਏਸ਼ਨ ਸੈਰੇਮਨੀ ਹੋਣੀ ਸੀ। ਪਰ ਇਸ ਤੋਂ ਪਹਿਲਾਂ ਹੀ ਪਤਾ ਲੱਗਦਾ ਹੈ ਕਿ ਉਹ ਲਿਊਕੇਮੀਆ ਦੀ ਬਿਮਾਰੀ ਤੋਂ ਪੀੜਿਤ ਹੈ, ਜਿਸ ਦੇ ਕਰਕੇ ਉਸਨੂੰ ਆਪਣੀ ਟਰੀਟਮੈਂਟ ਦੇ ਲਈ ਆਪਣੇ ਹੀ ਸ਼ਹਿਰ ਤੋਂ ਲਗਭਗ 230 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਉੱਥੋਂ ਦੇ ਇੱਕ ਰੂਰਲ ਹੌਸਪੀਟਲ ਦੇ ਵਿੱਚ ਟਰੀਟਮੈਂਟ ਕਰਵਾਉਣ ਦੇ ਲਈ। 15 ਸਾਲਾ ਜੋ ਲੋਕਲੈਨ ਹੈ ਉਹ ਵਰਨੌਨ ਰਿਵਰ ਤੋਂ ਹੈ ਅਤੇ ਉਸ ਨੂੰ IWK ਹੈਲਥ ਕੇਅਰ ਹੈਲੀਫੈਕਸ ਦੇ ਵਿੱਚ ਲਿਊਕੇਮੀਆ ਦੀ ਟਰੀਟਮੈਂਟ ਦਿੱਤੀ ਜਾ ਰਹੀ ਹੈ। ਅਸਲ ਦੇ ਵਿੱਚ ਉਸ ਦੀ ਜਿਹੜੀ ਕਲਾਸ ਹੈ ਉਸਦੀ ਗ੍ਰੈਜੂਏਸ਼ਨ ਸੈਰੇਮਨੀ ਹੋਣੀ ਸੀ, ਜਿਸ ਦੇ ਕਰਕੇ ਉਸ ਨੂੰ ਇਹ ਬਹੁਤ ਇੱਛਾ ਸੀ ਕਿ ਉਹ ਇਸ ਕਾਸ਼ ਸੈਰੇਮਨੀ ਦਾ ਹਿੱਸਾ ਬਣ ਸਕਦਾ, ਉਹਦੀ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ ਹਿੱਸਾ ਲੈ ਸਕਦਾ। ਪਰ ਕਿਉਂਕਿ ਉਸ ਦੀ ਟਰੀਟਮੈਂਟ ਚੱਲ ਰਹੀ ਹੈ, ਜਿਸ ਦੇ ਕਰਕੇ ਉਹ ਨਹੀਂ ਜਾ ਸਕਦਾ ਸੀ। ਪਰ ਉਸਦੇ ਕਲਾਸਮੇਟ ਨੇ ਸੋਚਿਆ ਕਿ ਜੇਕਰ ਲੋਕਲੈਨ ਜੋ ਹੈ ਉਹ ਨਹੀਂ ਆ ਸਕਦਾ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ, ਤਾਂ ਕੀ ਹੋਇਆ, ਅਸੀਂ ਉਸਦੇ ਕੋਲ ਜਾ ਕੇ ਗ੍ਰੈਜੂਏਸ਼ਨ ਸੈਰੇਮਨੀ ਕਰ ਸਕਦੇ ਹਾਂ। ਉਹਨਾਂ ਨੇ ਬਸ ਸੋਚਿਆ ਅਤੇ ਜਦੋਂ ਕਹਿੰਦੇ ਆ ਕਿ ਜਦੋਂ ਤੁਸੀਂ ਸੋਚ ਲਵੋ ਤਾਂ ਉਹ ਚੀਜ਼ ਪੂਰੀ ਵੀ ਜਲਦੀ ਹੋ ਜਾਂਦੀ ਹੈ। ਇਸੇ ਸੋਚ ਦੇ ਤਹਿਤ ਉਸਦੇ ਟੀਚਰ, ਉਸਦੀ ਵਾਈਸ ਪ੍ਰਿੰਸੀਪਲ, ਨਾਲ ਦੀ ਨਾਲ ਇੱਕ ਪੇਰੈਂਟ ਅਤੇ ਨਾਲ 14 ਕਲਾਸਮੇਟਸ ਜੋ ਕਿ ਲਗਭਗ ਉਸਦੀ ਪੂਰੀ ਕਲਾਸ ਸੀ, ਉਹ ਸਵੇਰੇ ਤਕਰੀਬਨ 230 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੈਲੀਫੈਕਸ ਪਹੁੰਚੇ। ਬਸ ਫਿਰ ਹੌਸਪੀਟਲ ਦੇ ਥੀਏਟਰ ਦੇ ਵਿੱਚ ਹੋਈ ਪੀਜ਼ਾ ਪਾਰਟੀ, ਜਿੱਥੇ ਕਿ ਗ੍ਰੈਜੂਏਸ਼ਨ ਸੈਰੇਮਨੀ ਵੀ ਖੇਡੀ ਗਈ ਅਤੇ ਨਾਲ ਸਾਰਿਆਂ ਜਣਿਆਂ ਨੇ ਇੰਜੋਏ ਕੀਤਾ ਅਤੇ ਨਾਲ ਦੀ ਨਾਲ ਇੱਕ ਇਮੋਸ਼ਨਲ ਗ੍ਰੈਜੂਏਸ਼ਨ ਸੈਰੇਮਨੀ ਜਿਹੜੀ ਹੈ ਉਹ ਵੀ ਕੀਤੀ ਗਈ, ਜਿਸ ਦੇ ਵਿੱਚ ਲੋਕਲੈਨ ਨੂੰ ਆਪਣਾ 9th ਗ੍ਰੇਡ ਦਾ ਡਿਪਲੋਮਾ ਵੀ ਦਿੱਤਾ ਗਿਆ ਅਤੇ ਨਾਲ ਦੀ ਨਾਲ ਉਸਨੂੰ ਫਿਜ਼ੀਕਲ ਐਜੂਕੇਸ਼ਨ ਅਵਾਰਡ ਵੀ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਕਈ ਸਟੂਡੈਂਟਸ ਨੇ ਆਪਣੇ ਸਿਰ ਸ਼ੇਵ ਕੀਤੇ ਹੋਏ ਸੀ, ਤਾਂ ਕਿ ਲੋਕਲੈਨ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹ ਜਿਸ ਬਿਮਾਰੀ ਨਾਲ ਪੀੜਿਤ ਹੈ ਅਤੇ ਉਹ ਆਪਣੇ ਆਪ ਨੂੰ ਦੇਖ ਕੇ ਅਤੇ ਉਹ ਆਪਣੇ ਬਾਕੀ ਫਰੈਂਡਸ ਨੂੰ ਦੇਖ ਕੇ ਕੁਛ ਆਪਣੇ ਦਿਲ ਦੇ ਵਿੱਚ ਵੱਖਰਾ ਮਹਿਸੂਸ ਨਾ ਕਰੇ। ਉਸ ਨੂੰ ਸਪੋਰਟ ਦੇਣ ਲਈ ਉਸਦੇ ਕੁਝ ਕਲਾਸਮੇਟਸ ਨੇ ਆਪਣੇ ਸਿਰ ਵੀ ਸ਼ੇਵ ਕਰਵਾ ਦਿੱਤੇ ਸੀ ਅਤੇ ਇਸ ਨੂੰ ਦੇਖ ਕੇ ਉਹ ਕਹਿੰਦਾ ਕਿ ਵੀ ਇਹ ਮੈਨੂੰ ਬਹੁਤ ਵਧੀਆ ਲੱਗਿਆ। ਉਹਨੇ ਕਿਹਾ ਕਿ ਬਹੁਤ ਡਿਫਰੈਂਟ ਸੀ ਬਟ ਬਹੁਤ ਕੂਲ ਗੱਲ ਸੀ। ਉਸਦੀ ਮਦਰ ਜਿਹੜੇ ਨੇ ਜੈਨਿਸ ਆ, ਉਹਨਾਂ ਨੇ ਕਿਹਾ ਹੈ ਕਿ ਸਾਡੇ ਲਈ ਇਹ ਬਹੁਤ ਦਿਲ ਦਹਿਲਾਉਣ ਵਾਲੀ ਗੱਲ ਸੀ ਜਦੋਂ ਕਿ ਲੋਕਲੈਨ ਡਾਇਗਨੋਸ ਹੋਇਆ ਸੀ ਕਿ ਉਸਨੂੰ ਲੂਕੇਮੀਆ ਹੋ ਚੁੱਕਿਆ ਹੈ ਅਤੇ ਸਾਡੇ ਲਈ, ਪੂਰੇ ਪਰਿਵਾਰ ਲਈ ਅਸੀਂ ਉਸ ਟਾਈਮ ਦੇ ਵਿੱਚ ਇੱਕ ਤਰੀਕੇ ਨਾਲ ਬਿਖਰ ਗਏ ਸੀ। ਉਹਨਾਂ ਨੇ ਕਿਹਾ ਕਿ ਪਰ ਕਮਿਊਨਿਟੀ ਦੇ ਸਪੋਰਟ ਨੇ ਸਾਨੂੰ ਕਾਫੀ ਜ਼ਿਆਦਾ ਹੌਸਲਾ ਦਿੱਤਾ। ਫੈਮਿਲੀ ਨੇ GoFundMe ਵੀ ਚਲਾਇਆ ਸੀ, ਜਿਸ ਨੂੰ ਕਿ ਨੋਵਾ ਸਕੋਸ਼ੀਆ ਆਉਣ ਜਾਣ ਦੀ ਕੋਸਟ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਸੀ। ਲਿਊਕੇਮੀਆ ਵੀ ਆਲ ਨੋ ਕਿ ਇੱਕ ਬਹੁਤ ਵੱਡੀ ਬਿਮਾਰੀ ਹੈ, ਪਰ ਸਟਿਲ ਇਹ ਜਿਹੜੀ ਟਰੀਟਮੈਂਟ ਹੈ, ਲੋਕਲੈਨ ਦੀ ਟਰੀਟਮੈਂਟ ਲਗਭਗ 2.5 ਸਾਲ ਚੱਲੇਗੀ ਅਤੇ ਜਿਹੜਾ ਕਹਿੰਦੇ ਫਸਟ ਮੰਥ ਹੁੰਦਾ ਹੈ ਸਭ ਤੋਂ ਜ਼ਿਆਦਾ ਮੁਸ਼ਕਿਲ ਮੰਥ ਹੁੰਦਾ ਅਤੇ ਇਸ ਮੁਸ਼ਕਿਲ ਮੰਥ ਦੇ ਵਿੱਚ ਉਸਦੀ ਜੋ ਗ੍ਰੈਜੂਏਸ਼ਨ ਸੈਰੇਮਨੀ ਸੀ, ਉਸਦੇ ਦੋਸਤਾਂ ਨੇ, ਉਸਦੇ ਸਕੂਲ ਦੇ ਸਟਾਫ ਨੇ ਉਸਦੇ ਕੋਲ ਜਾ ਕੇ ਸੈਲੀਬ੍ਰੇਟ ਕੀਤੀ ਅਤੇ ਉਸਦੀ ਹੌਸਲਾ ਅਫਜ਼ਾਈ ਕੀਤੀ। ਇਸ ਖਬਰ ਦੇ ਬਾਰੇ ਵਿੱਚ ਜਦੋਂ ਮੈਂ ਵੀ ਪੜ੍ਹ ਰਹੀ ਸੀ, ਸਭ ਤੋਂ ਵੱਡੀ ਗੱਲ ਜੋ ਮੈਨੂੰ ਲੱਗੀ ਇਸ ਤੋਂ ਬਾਅਦ ਉਸ ਬੱਚੇ ਦੇ ਵਿੱਚ, ਲੋਕਲੈਨ ਦੇ ਵਿੱਚ ਜੋ ਕੌਨਫੀਡੈਂਸ ਬੂਸਟ ਹੋਇਆ ਨਾ, ਉਹਨੇ ਜਦੋਂ ਆਪਣੀ ਇੰਟਰਵਿਊ ਦੇ ਰਿਹਾ ਸੀ, ਉਸਨੇ ਕਹਿੰਦਾ ਕਿ ਵੀ ਮੈਂ ਹੁਣ ਆਪਣੀ ਟਰੀਟਮੈਂਟ ਲਈ ਪੂਰੀ ਤਰ੍ਹਾਂ ਰੈਡੀ ਹਾਂ ਅਤੇ ਮੈਂ ਵਾਪਸ ਆਊਂਗਾ। ਉਸਨੇ ਕਿਹਾ ਕਿ ਮੈਂ ਵਾਪਸੀ ਕਰੂੰਗਾ। ਉਹ ਆਪਣੀ ਸਕੂਲ ਦੀ ਹਾਕੀ ਟੀਮ ਦਾ ਵੀ ਪਲੇਅਰ ਰਿਹਾ ਹੈ ਅਤੇ ਉਹਨੇ ਕਿਹਾ ਕਿ ਮੈਂ ਆਪਣੀ ਹਾਕੀ ਟੀਮ ਈਸਟਰਨ ਐਕਸਪ੍ਰੈਸ ਦੇ ਲਈ ਇੱਕ ਵਾਰ ਮੁੜ ਤੋਂ ਆਊਂਗਾ ਅਤੇ ਇੱਕ ਵਾਰ ਫਿਰ ਤੋਂ ਨੈੱਟ ਵਿੱਚ ਵਾਪਸੀ ਕਰੂੰਗਾ। ਇੱਕ ਛੋਟਾ ਜਿਹਾ ਜੋ ਐਫਰਟ ਉਸਦੀ ਕਲਾਸਮੇਟਸ ਦੇ ਵੱਲੋਂ ਕੀਤਾ ਗਿਆ, ਉਸਨੇ ਉਸਨੂੰ ਇੰਨਾ ਹੌਸਲਾ ਦਿੱਤਾ। ਇੱਕ ਹੌਸਲੇ ਦੀ ਵੀ ਇਹ ਇੱਕ ਮਿਸਾਲ ਹੈ। ਕਿਸੇ ਲਈ ਕੁਛ ਕਰ ਸਕੀਏ, ਇੱਕ ਐਫਰਟ ਹੀ ਕਰ ਸਕੀਏ, ਉਹ ਵੀ ਬਹੁਤ ਵੱਡੀ ਗੱਲ ਹੈ। ਅਗਲੀ ਖਬਰ ਸਾਂਝੀ ਕਰਨ ਲੱਗਿਆ ਜੀ, ਹੁਣ ਵਾਪਸ ਆ ਜਾਈਏ GTA ਦੇ ਨਾਲ। ਖਬਰ ਹੈ, ਵੈਸੇ ਤਾਂ ਤੁਸੀਂ ਇਹ ਖਬਰ ਬਾਰੇ ਜਾਣਕਾਰੀ ਹਾਸਿਲ ਕਰ ਹੀ ਲਈ ਹੋਏਗੀ, ਪਰ ਜਿਨ੍ਹਾਂ ਨੂੰ ਨਹੀਂ ਪਤਾ ਦੱਸੀਏ ਕਿ ਬਲੂ ਵਾਟਰ ਬ੍ਰਿਜ ਤੋਂ ਵੱਡੀ ਮਾਤਰਾ ਦੇ ਵਿੱਚ ਕੋਕੀਨ ਨਸ਼ਾ ਬਰਾਮਦ ਕੀਤਾ ਗਿਆ ਹੈ। ਬਲੂ ਵਾਟਰ ਬ੍ਰਿਜ ਤੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਟਰੱਕ ਦੇ ਵਿੱਚੋਂ 161 ਬ੍ਰਿਕਸ ਆਫ ਸਸਪੈਕਟਡ ਕੋਕੀਨ ਬਰਾਮਦ ਕੀਤੀਆਂ ਨੇ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਅੰਦਾਜ਼ਨ ਕੀਮਤ
23.3 ਮਿਲੀਅਨ ਦੱਸੀ ਜਾ ਰਹੀ ਹੈ, 23.3 ਮਿਲੀਅਨ। ਇਸ ਮਾਮਲੇ ਦੇ ਵਿੱਚ ਬਰੈਂਪਟਨ ਦੇ 27 ਸਾਲ ਦੇ ਕਰਨਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸੀਏ ਕਿ ਇਹ ਇਸ ਸਾਲ ਚੌਥੀ ਵਾਰੀ ਹੈ ਜਦੋਂ ਬਲੂ ਵਾਟਰ ਬ੍ਰਿਜ ਤੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਕੋਕੇਨ ਦੀ ਖੇਪ ਫੜੀ ਗਈ ਹੋਏ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਿਕ 12 ਜੂਨ ਨੂੰ ਜਦੋਂ ਇੱਕ ਕਮਰਸ਼ੀਅਲ ਟਰੱਕ ਅਮਰੀਕਾ ਤੋਂ ਕੈਨੇਡਾ ਆ ਰਿਹਾ ਸੀ ਤਾਂ CBSA ਆਫੀਸਰਸ ਨੇ ਉਸ ਨੂੰ ਸੈਕੰਡਰੀ ਇਨਸਪੈਕਸ਼ਨ ਦੇ ਲਈ ਰੋਕ ਲਿਆ। ਇਸ ਇਨਸਪੈਕਸ਼ਨ ਦੇ ਦੌਰਾਨ ਸਨਿਫਰ ਡੌਗਸ ਵੀ ਯੂਜ਼ ਕੀਤੇ ਗਏ ਸੀ, ਜਿਸ ਤੋਂ ਬਾਅਦ ਸ਼ੱਕ ਜਤਾਇਆ ਗਿਆ ਟ੍ਰੇਲਰ ਦੇ ਉੱਤੇ ਜਿਸ ਟਾਈਮ ਜਾਂਚ ਕੀਤੀ ਗਈ ਸੀ। ਫਿਰ ਜਾਂਚ ਕਰਨ ਦੇ ਉੱਤੇ CBSA ਨੂੰ ਉਸ ਵਿੱਚੋਂ 6 ਬਾਕਸਿਸ ਮਿਲੇ, 6 ਡੱਬੇ ਮਿਲੇ, ਜਿਨ੍ਹਾਂ ਦੇ ਵਿੱਚ 161 ਬ੍ਰਿਕਸ ਆਫ ਸਸਪੈਕਟਡ ਕੋਕੇਨ ਪਾਈ ਗਈ। ਸੋ ਜੇ ਇਸ ਦੀ ਵੇਟ ਦੀ ਗੱਲ ਕੀਤੀ ਜਾਵੇ, ਟੋਟਲ ਵਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ 187 ਕਿਲੋਗ੍ਰਾਮ ਸੀ, 187 kg। CBSA ਦੇ ਅਨੁਸਾਰ ਇਹ ਕੋਕੀਨ ਦੀ ਜਿਹੜੀ ਸਟਰੀਟ ਵੈਲਿਊ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, 23.3 ਮਿਲੀਅਨ ਡਾਲਰ ਦੱਸੀ ਗਈ ਹੈ ਤੇ ਇੱਕ ਸਿਗਨੀਫੀਕੈਂਟ ਸੀਜ਼ਰ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ 27 ਸਾਲ ਦੇ ਕਰਨਵੀਰ ਸਿੰਘ ਜੋ ਕਿ ਬਰੈਂਪਟਨ ਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ RCMP ਦੇ ਹਵਾਲੇ ਕੀਤਾ ਗਿਆ। ਉਸ ਉੱਤੇ ਕੋਕੀਨ ਇੰਪੋਰਟੇਸ਼ਨ ਤੇ ਨਾਲ ਦੀ ਨਾਲ ਟ੍ਰੈਫਿਕਿੰਗ ਦੇ ਚਾਰਜਸ ਵੀ ਲਗਾਏ ਗਏ ਨੇ ਤੇ CBSA ਆਫੀਸਰਸ ਅਜੇ ਵੀ ਫਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਨੇ। ਤੁਹਾਨੂੰ ਦੱਸਦੀ ਕਿ ਸਿਰਫ ਇਸ ਸਾਲ ਦੇ ਵਿੱਚ ਹੀ ਸਰਦਰਨ ਅੰਟੈਰੀਓ ਪੋਰਟ ਆਫ ਐਂਟਰੀ ਦੇ ਉੱਤੋਂ ਲਗਭਗ 978 kg 978 ਕਿਲੋਗ੍ਰਾਮ ਕੋਕੇਨ ਹੁਣ ਤੱਕ ਬਰਾਮਦ ਹੋ ਚੁੱਕੀ ਹੈ। CBSA ਦੇ ਡਾਇਰੈਕਟਰ ਆਫ ਆਪਰੇਸ਼ਨਸ ਨੇ ਕਿਹਾ ਹੈ ਕਿ ਇਹ ਇਸ ਸਾਲ ਚੌਥੀ ਵਾਰ ਹੈ ਜਦੋਂ ਇੰਨੀ ਵੱਡੀ ਕੋਕੇਨ ਮਿਲੀ ਹੈ। ਪਿਛਲੇ ਸਾਲ ਜਦੋਂ ਅਸੀਂ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਗੱਲ ਕਰੀਏ ਤਾਂ ਉਸ ਟਾਈਮ ਦੇ ਵਿੱਚ ਉਹਨਾਂ ਨੇ ਬਾਰਡਰ ਸਿਕਿਉਰਿਟੀ ਦੇ ਲਈ 1.3 ਬਿਲੀਅਨ ਡਾਲਰ ਦਾ ਐਲਾਨ ਕੀਤਾ ਸੀ। ਤੇ ਜਿਹੜੇ ਸਾਡੇ ਨਵੇਂ ਪ੍ਰਧਾਨ ਮੰਤਰੀ ਨੇ ਮਾਰਕ ਕਾਰਨੀ, ਉਹਨਾਂ ਨੇ ਵੀ ਹੋਰ ਕਈ ਜਿਹੜੇ ਨਵੇਂ ਬਾਰਡਰ ਲਾਅ ਲੈ ਕੇ ਆਉਂਦੇ ਨੇ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਨੀਤੀਆਂ ਵੀ, ਪਾਲਿਸੀਜ਼ ਜਿਹੜੀਆਂ ਨੇ ਉਹ ਸ਼ਾਮਿਲ ਨੇ। ਸੋ ਇਹ ਮਾਮਲਾ ਲਗਾਤਾਰ ਦਿਖਾਉਂਦਾ ਹੈ ਕਿ ਬਾਰਡਰ ਦੇ ਉੱਤੇ ਕਿਸ ਤਰੀਕੇ ਨਾਲ ਲਗਾਤਾਰ ਮੁਸ਼ਤੈਦੀ ਵਰਤੀ ਜਾ ਰਹੀ ਹੈ ਤੇ ਜਿਵੇਂ ਕੋਈ ਅਗਲੀ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਵੈਸੇ ਲਗਾਤਾਰ ਮਿਸਟਰ ਟਰੰਪ ਜਦੋਂ ਟੈਰਿਫਸ ਦਾ ਐਲਾਨ ਹੋਣ ਵਾਲਾ ਸੀ ਉਦੋਂ ਵੀ ਲਗਾਤਾਰ ਇਹੀ ਕਹਿੰਦੇ ਰਹੇ ਨੇ ਕਿ ਕੈਨੇਡਾ ਤੋਂ ਜਿਸ ਤਰੀਕੇ ਨਾਲ ਫੈਂਟਨਿਲ US ਦੇ ਵਿੱਚ ਆ ਰਹੀ ਹੈ, ਸੋ ਇਹ ਕਾਫੀ ਅਲਾਰਮਿੰਗ ਹੈ, ਜਿਸ ਦੇ ਕਰਕੇ ਜਿਹੜਾ ਆ ਇਹ ਕਾਰਵਾਈ ਕੀਤੀ ਜਾ ਰਹੀ ਆ। ਜੋ ਟ੍ਰੇਡ ਵਾਰ ਜਿਹੜੀ ਸ਼ੁਰੂ ਹੋਈ ਸੀ ਉਸ ਟਾਈਮ ਉਹਨਾਂ ਦੀਆਂ ਇਹ ਸਟੇਟਮੈਂਟ ਸੀ, ਪਰ ਲਗਾਤਾਰ ਹੁਣ ਅਸੀਂ ਦੇਖ ਰਹੇ ਹਾਂ ਕਿ US ਦੇ ਬਾਰਡਰ ਤੋਂ ਕੈਨੇਡਾ ਆਉਣ ਵਿੱਚ ਵੀ ਡਰੱਗਸ ਅਸੀਂ ਦੇਖ ਰਹੇ ਹਾਂ ਵੱਡੀ ਮਾਤਰਾ ਵਿੱਚ ਜਿਹੜੀਆਂ ਨੇ ਉਹ ਫੜੀਆਂ ਜਾ ਰਹੀਆਂ ਨੇ। ਤੇ ਤੁਸੀਂ ਜਸਟ ਇਹ ਸੋਚੋ ਕਿ 23 ਮਿਲੀਅਨ ਡਾਲਰ ਦੀ ਜਿਹੜੀ ਇਹ ਕੋਕੀਨ ਆ ਜੇਕਰ ਅੱਗੇ ਪਹੁੰਚ ਜਾਂਦੀ ਤਾਂ ਕਿੱਥੇ ਕਿੱਥੇ ਇਹ ਯੂਜ਼ ਹੋਣੀ ਸੀ। ਸੋ ਇੱਥੇ RCMP ਆਫੀਸਰਸ ਜਾਂ ਫਿਰ CBSA ਆਫੀਸਰਸ ਦੀ ਮੁਸ਼ਤੈਦੀ ਕਾਫੀ ਕੰਮ ਆਈ ਹੈ। ਸੋ ਹਾਲੈਂਡ ਦੇ ਵਿੱਚ ਇਸ ਵਕਤ ਨਾਟੋ ਸਮਿਟ ਹੋ ਰਹੀ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਆਪਣਾ ਡਿਫੈਂਸ ਖਰਚਾ ਵਧਾ ਕੇ 5% GDP ਤੱਕ ਲੈ ਕੇ ਜਾਵੇਗਾ। ਇਹ ਟਾਰਗੇਟ ਜਿਹੜਾ ਨਾਟੋ ਦੇ ਜਿਹੜੇ ਨਵੇਂ ਟਾਰਗੇਟ ਸੀ ਉਹਨਾਂ ਦੇ ਵਿੱਚੋਂ ਇੱਕ ਸੀ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਹੈ ਕਿ ਇਸ ਦੇ ਵਿੱਚ ਕ੍ਰਿਟੀਕਲ ਮਿਨਰਲਸ ਜਿਵੇਂ ਕਿ ਲੀਥੀਅਮ ਹੋ ਗਿਆ, ਕੋਬਾਲਟ ਹੋ ਗਿਆ, ਨਿਕਲ ਹੋ ਗਈ, ਕਹਿੰਦੇ ਇਸ ਨੂੰ ਡਿਵੈਲਪ ਕੀਤਾ ਜਾਏਗਾ ਤੇ ਇਸ ਨੂੰ ਮਾਰਕੀਟ ਤੱਕ ਲਿਜਾਣ ਲਈ ਜੋ ਇਨਫਰਾਸਟ੍ਰਕਚਰ ਹੋਏਗਾ ਜਿਵੇਂ ਕਿ ਪੋਰਟਸ ਜਾਂ ਫਿਰ ਰੇਲਵੇਜ਼, ਇਸ 'ਤੇ ਜੋ ਵੀ ਖਰਚ ਹੋਏਗਾ ਇਹ ਸਾਰਾ ਕੁਝ ਇਨਕਲੂਡ ਕੀਤਾ ਜਾਏਗਾ ਉਸ 5% ਦੇ ਖਰਚੇ ਦੇ ਵਿੱਚ, ਇਹ ਵੀ ਕਾਊਂਟ ਕੀਤਾ ਜਾਏਗਾ। ਸੋ ਮਾਰਕ ਕਾਰਨੀ ਨੇ ਕਿਹਾ ਹੈ ਕਿ ਇਹ ਕੈਨੇਡਾ ਦੀ ਇਕੋਨਮੀ ਨੂੰ ਵੀ ਬੈਨੀਫਿਟ ਕਰੇਗਾ ਤੇ ਨਾਟੋ ਦੀ ਰਿਸਪੌਂਸਿਬਿਲਿਟੀ ਵੀ ਜਿਹੜੀ ਹੈ ਉਹ ਵੀ ਇਸ ਦੇ ਨਾਲ ਪੂਰੀ ਹੋਏਗੀ। ਤੁਹਾਨੂੰ ਦੱਸੀਏ ਕਿ ਕੈਨੇਡਾ ਦੇ ਕੋਲ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਟੀਕਲ ਮਿਨਰਲਸ ਦੇ ਭੰਡਾਰ ਨੇ ਜਿਵੇਂ ਕਿ ਲੀਥੀਅਮ, ਨਿਕਲ, ਐਲੂਮੀਨੀਅਮ, ਜੋ ਕਿ ਸਮਾਰਟਫੋਨਸ ਤੋਂ ਲੈ ਕੇ ਫਾਈਟਰ ਜੈਟਸ ਤੱਕ ਹਰ ਚੀਜ਼ ਦੇ ਵਿੱਚ ਵਰਤੇ ਜਾਂਦੇ ਨੇ। ਨਾਟੋ ਨੇ ਇਹਨਾਂ ਵਿੱਚ 12 ਮਿਨਰਲਸ ਨੂੰ ਡਿਫੈਂਸ ਲਈ ਬਹੁਤ ਜ਼ਰੂਰੀ ਯਾਨੀ ਕਿ ਮਸਟ ਹੈਵ ਕਰਾਰ ਦਿੱਤਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਨੇ ਵੀ ਸਮਿਟ ਦੇ ਵਿੱਚ ਦੱਸਿਆ ਕਿ ਕੈਨੇਡਾ ਇਹ ਟਾਰਗੇਟ ਲੈਣ ਲਈ ਕਮਿਟਡ ਹੈ, ਪਰ ਟਾਈਮਲਾਈਨ ਤੇ ਚਰਚਾ ਦੀ ਗੱਲ ਉਹਨਾਂ ਨੇ ਜ਼ਰੂਰ ਕੀਤੀ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ ਕਿਉਂਕਿ ਹਰ ਦੇਸ਼ ਦੀ ਇਕੋਨਮੀ ਕਾਫੀ ਵੱਖਰੀ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ 2024 ਦੇ ਵਿੱਚ ਡਿਫੈਂਸ ਦੇ ਉੱਤੇ 41 ਬਿਲੀਅਨ ਡਾਲਰ ਖਰਚ ਕੀਤੇ ਸੀ, ਜੋ ਕਿ ਇਸ ਦੀ GDP ਦਾ ਸਿਰਫ 1.37% ਸੀ। ਜੇ 5% ਤੱਕ ਜਾਣਾ ਹੈ ਤਾਂ ਇਹ ਖਰਚਾ 41 ਬਿਲੀਅਨ ਤੋਂ ਉੱਪਰ ਉੱਠ ਕੇ 150 ਬਿਲੀਅਨ ਡਾਲਰ ਹਰ ਸਾਲ ਹੋਏਗਾ। ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ 1990 ਤੋਂ ਬਾਅਦ 1990 ਤੋਂ ਬਾਅਦ 2% ਕਦੇ ਵੀ ਨਹੀਂ ਪਹੁੰਚਿਆ। ਨਾਟੋ ਦੇ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਨੇ ਇਹ ਪ੍ਰਪੋਜ਼ਲ ਰੱਖਿਆ ਹੈ ਕਿ 5% ਦੇ ਵਿੱਚੋਂ 3.5% ਡਿਫੈਂਸ ਵੈਪਨਸ ਦੇ ਉੱਤੇ ਅਤੇ 1.5% ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਤੇ ਹੋਵੇ।
ਵੈਸੇ ਤੁਹਾਨੂੰ ਦੱਸ ਦਈਏ ਕਿ ਫਰਾਂਸ, ਜਰਮਨੀ, ਯੂਕੇ ਤੇ ਨੀਦਰਲੈਂਡਸ ਨੇ 5% ਦੇ ਟਾਰਗੇਟ ਨੂੰ ਸਪੋਰਟ ਕੀਤਾ ਹੈ, ਪਰ ਕੈਨੇਡਾ ਤੇ ਸਪੇਨ ਵਰਗੇ ਕੁਝ ਦੇਸ਼ ਨੇ ਜਿਹੜੇ ਅਜੇ ਵੀ ਇਸ ਨੂੰ ਲੈ ਕੇ ਥੋੜ੍ਹੇ ਚਿੰਤਿਤ ਹਨ। ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹ ਟਾਰਗੇਟ ਜਿਹੜਾ ਹੈ ਇਸ ਨੂੰ ਐਬਸਰਡ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੇ ਪੂਰੇ ਬਜਟ ਦਾ 1/5 ਹੋਏਗਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸਮਿਟ ਤੋਂ ਪਹਿਲਾਂ ਬ੍ਰਸਲਸ ਦੇ ਵਿੱਚ EU ਦੇ ਨਾਲ ਇੱਕ ਨਵਾਂ ਡਿਫੈਂਸ ਅਤੇ ਸਿਕਿਉਰਿਟੀ ਐਗਰੀਮੈਂਟ ਵੀ ਸਾਈਨ ਕੀਤਾ ਹੈ, ਜਿਸ ਨਾਲ ਕੈਨੇਡਾ ਤੇ ਜੋ ਯੂਰਪ ਦੀਆਂ ਕੰਟਰੀਜ਼ ਨੇ ਇਹਨਾਂ ਦੇ ਵਿਚਕਾਰ ਡਿਫੈਂਸ ਇੰਡਸਟਰੀ ਕੋਲੈਬੋਰੇਸ਼ਨ ਵੀ ਵਧੇਗੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਾਟੋ ਦੀ ਇਹ ਜਿਹੜੀ ਸਮਿਟ ਹੈ ਅਜਿਹੇ ਨਾਜ਼ੁਕ ਸਮੇਂ 'ਤੇ ਆਈ ਹੈ ਜਿੱਥੇ ਰਸ਼ੀਆ ਯੂਕਰੇਨ ਕਨਫਲਿਕਟ ਵੀ ਜਾਰੀ ਹੈ, ਉੱਥੇ US ਦੀ ਭੂਮਿਕਾ ਦੇ ਉੱਤੇ ਵੀ ਜਿਹੜਾ ਚਰਚਾ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਨਾਲ ਜੋ ਈਰਾਨ ਦਾ ਇਸ ਵਕਤ ਮਸਲਾ ਉੱਠ ਰਿਹਾ ਸੀ ਇਜ਼ਰਾਈਲ ਦੇ ਨਾਲ, ਅਜਿਹੇ ਸਮੇਂ ਦੇ ਵਿੱਚ ਸਮਿਟ ਆਈ ਹੈ। ਪਰ ਹੁਣ ਦੇਖਣਾ ਹੋਏਗਾ ਕਿ 5% ਦੀ ਗੱਲ ਇਹਨਾਂ ਨੇ ਆਖੀ ਹੈ, ਪਰ $150 ਬਿਲੀਅਨ ਹਰ ਸਾਲ ਖਰਚ ਕਰਨਾ ਇਹ ਵੀ ਇੱਕ ਵੱਡੀ ਚੁਣੌਤੀ ਹੋਏਗਾ। ਅਗਲੀ ਖਬਰ ਸਾਂਝੀ ਕਰਨ ਲੱਗਿਆ ਨਾਟੋ ਦੇ ਚੀਫ ਦੇ ਵੱਲੋਂ ਜੋ US ਪ੍ਰੈਜ਼ੀਡੈਂਟ ਮਿਸਟਰ ਟਰੰਪ ਦੀ ਲਗਾਤਾਰ ਪ੍ਰੇਜ਼ ਕੀਤੀ ਜਾ ਰਹੀ ਹੈ। ਨਾਟੋ ਦੇ ਜਿਹੜੇ ਨਵੇਂ ਮੁਖੀ ਨੇ ਮਾਰਕ ਰੋਟੇ, ਉਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਟਰੰਪ ਦੀ ਕਾਫੀ ਤਾਰੀਫ ਕੀਤੀ ਹੈ, ਖਾਸ ਕਰਕੇ ਈਰਾਨ ਦੇ ਉੱਤੇ ਕੀਤੇ ਗਏ ਹਮਲੇ ਨੂੰ ਲੈ ਕੇ। ਰੋਟੇ ਨੇ ਆਪਣੇ ਜਿਹੜੇ ਟੈਕਸਟ ਮੈਸੇਜਿਸ ਨੇ ਉਹਦੇ ਵਿੱਚ ਕਿਹਾ ਹੈ ਕਿ ਟਰੰਪ ਦੇ ਹੁਕਮ ਨਾਲ ਜੋ ਈਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਏਅਰ ਸਟ੍ਰਾਈਕ ਕੀਤੇ ਗਏ ਨੇ ਉਹ ਟਰੂਲੀ ਐਕਸਟਰਾ ਆਰਡੀਨਰੀ ਸੀ ਅਤੇ ਅਜਿਹੀ ਹਿੰਮਤ ਕਹਿੰਦੇ ਹਰ ਕੋਈ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਹੈ ਕਿ ਇਹ ਕਾਰਵਾਈ ਸਭ ਨੂੰ ਜ਼ਿਆਦਾ ਸੇਫ ਬਣਾਉਂਦੀ ਹੈ। ਇਹ ਮੈਸੇਜ ਟਰੰਪ ਨੇ ਸੋਸ਼ਲਸ ਜਿਹੜਾ ਆਪਣਾ ਮੀਡੀਆ ਉਸ ਦੇ ਉੱਤੇ ਵੀ ਸ਼ੇਅਰ ਕੀਤਾ ਹੈ ਅਤੇ ਇਹ ਟੈਕਸਟ ਨਾਟੋ ਸਮਿਟ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਜਿਹੜੇ ਆ ਭੇਜੇ ਗਏ ਸੀ, ਜਿੱਥੇ PM ਮਾਰਕ ਕਾਰਨੀ ਦੇ ਇਲਾਵਾ 31 ਹੋਰ ਦੇਸ਼ ਸੀ ਜਿਨ੍ਹਾਂ ਦੇ ਪ੍ਰਤੀਨਿਧੀ ਉੱਥੇ ਪਹੁੰਚੇ ਹੋਏ ਸੀ, ਨੇਤਾ ਪਹੁੰਚੇ ਹੋਏ ਸੀ। ਸੋ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਟਰੰਪ ਦੀ ਪ੍ਰੈਸ਼ਰ ਦੇ ਕਰਕੇ ਹੁਣ ਨਾਟੋ ਦੇ ਜਿਹੜੇ ਮੈਂਬਰ ਦੇਸ਼ ਨੇ ਰੱਖਿਆ ਦੇ ਉੱਤੇ, ਡਿਫੈਂਸ ਦੇ ਉੱਤੇ ਜ਼ਿਆਦਾ ਖਰਚ ਕਰਨ ਲੱਗ ਪਏ ਨੇ। ਉੱਥੇ ਤੁਹਾਨੂੰ ਦੂਜੇ ਪਾਸੇ ਦੱਸ ਦਈਏ ਡਿਫੈਂਸ ਇੰਟੈਲੀਜੈਂਸ ਏਜੰਸੀ ਯਾਨੀ ਕਿ DIA, ਉਹਦੇ ਵੱਲੋਂ ਜੋ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਅਮਰੀਕਾ ਦੇ ਵੱਲੋਂ ਈਰਾਨ ਦੀਆਂ ਜਿਹੜੀਆਂ ਨਿਊਕਲੀਅਰ ਥਾਵਾਂ ਸੀ ਉਸ ਦੇ ਉੱਤੇ ਸਾਈਟਸ ਦੇ ਉੱਤੇ ਜੋ ਹਮਲਾ ਕੀਤਾ ਗਿਆ, ਇਸ ਦੇ ਕਰਕੇ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਸੋ ਉਹਨਾਂ ਨੇ ਕਿਹਾ ਕਿ ਇਹ ਹਮਲੇ ਪੂਰੀ ਤਰ੍ਹਾਂ ਨਿਊਕਲੀਅਰ ਨੂੰ ਤਬਾਹ ਨਹੀਂ ਕਰ ਸਕੇ, ਜਿਵੇਂ ਕਿ ਅਮਰੀਕਨ ਪ੍ਰੈਜ਼ੀਡੈਂਟ ਅਤੇ ਇਜ਼ਰਾਈਲ ਦੇ PM ਇਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ। ਸੋ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪਹਿਲਾਂ ਹੀ ਆਪਣੀ ਜਿਹੜਾ ਯੂਰੇਨੀਅਮ ਆ ਉਸ ਥਾਂ ਤੋਂ ਹਟਾ ਲਿਆ ਸੀ, ਜਿਸ ਦੇ ਕਰਕੇ ਉਹ ਨਸ਼ਟ ਨਹੀਂ ਹੋ ਸਕਿਆ। ਸੋ ਉਹਨਾਂ ਨੇ ਕਿਹਾ ਕਿ ਈਰਾਨ ਦੀ ਬਹੁਤ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸੁਰੱਖਿਅਤ ਹੈਗੀਆਂ ਨੇ ਅਤੇ ਜੋ ਇਹ ਦਾਅਵੇ ਕੀਤੇ ਜਾ ਰਹੇ ਨੇ ਇਹ ਦਾਅਵੇ ਜਿਹੜੇ ਨੇ ਇਹਨਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਸੋ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜਾ ਯੂਰੇਨੀਅਮ ਹੈ ਉੱਥੋਂ ਦਾ ਕਾਫੀ ਨਸ਼ਟ ਕਰ ਦਿੱਤਾ, ਪਰ ਦੂਜੇ ਪਾਸੇ ਈਰਾਨ ਦੇ ਵੱਲੋਂ ਇਹ ਸਟੇਟਮੈਂਟ ਸਾਹਮਣੇ ਆ ਰਹੀ ਹੈ। ਵਾਈਟ ਹਾਊਸ ਨੇ ਇਸ ਰਿਪੋਰਟ ਨੂੰ ਬਿਲਕੁਲ ਗਲਤ ਕਿਹਾ ਹੈ ਅਤੇ ਕਿਹਾ ਹੈ ਕਿ ਟਰੰਪ ਅਤੇ ਅਮਰੀਕਨ ਫਾਈਟਰ ਪਾਇਲਟਸ ਦੀ ਬਦਨਾਮੀ ਕਰਨ ਦੀ ਸਿਰਫ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੋਰ ਕੁਝ ਵੀ ਨਹੀਂ ਹੈ। ਦੂਜੇ ਪਾਸੇ CIA ਅਤੇ ODNI ਯਾਨੀ ਕਿ ਆਫਿਸ ਆਫ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਉਹਨਾਂ ਦੇ ਵੱਲੋਂ ਇਸ ਰਿਪੋਰਟ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ।